जे जे तुम्हारे ध्यान को नित उठ ध्याए है संत, अंत लहेंगे मुक्त फल पावेंगे भगवंत। सगल द्वार को छाड़ के गयो तुहारू, बाहेंगे की लाज अस गोविंद दास तुहार। होटल गुर सेविय ऐनस सहज सुभाए। दर्शन परसिय गुरु कै जन्म मरण दुख जाए। सिफत समधि नूर अरसों कुरसों चटिया। तुझ डिठे सच्चे पातशाह मल जन्म जन्म दी कटिया। डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। देव गंधारी माई सुनत सोच पै डरत। मेरे तेर तजो अभिमाना शरण स्वामी की परत। रहाओ जो जो कहा सोई पल मानो, नाहे ना का बोल करत। निमक ना बिसरो हियो मोरे ते, बिसरत जाई हो मरत। माई सुनत सोच पै डरत। वाहिगुरु जी का खालसा, वाहिगुरु जी की फतेह। परम सन्मानयोग सतगुरां दी साजी नवाजी गुरु की संगत आप संगत ने गुरु दरबार अंदर बैठ के सतगुरां दी इलाही गुरबाणी दे कीर्तन सरवण करके अपने समय नूं सफला बनाया। सतगुरु जियां दा महावाक है, एक घरी आदि घरी आदि हूँ ते आद। भगतन सेती गोष्ठे जो कीनो सो लाभ। थोड़े तो थोड़ा समा जिहड़ा सतसंगत विच बैठना है, इहदे वर्गा कोई दूसरा वड्डा भारी लाभ नहीं है। आप संगतां गुरु दरबार अंदर सुशोभित होए हो, सतगुरां दी गुरबाणी सरवण कर रहे हो। लड़ीवार शब्द दी विचार आपां सरवण करदे हाँ, जिवें महाराज बख्शिश करदे आओ सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। देव गंधारी माई सुनत सोच पै डरत। देव गंधारी रागनी दा नाम है। सो इस नूं गाउण दा समां विद्वानां ने दुपहर तो अद्धी रात तक दा लिखिया। पंजवें पातशाह जियां दा ये शब्द है जो आपां सरवण करन जा रहे हाँ। 529 अंग दे उपर इस शब्द दी महाराज जियां ने आपां नूं बख्शिश कीती है। सतगुरु फरमाउंदे ने माई हे भाई बचन ध्यान दे नाल आप सुनो। सुनत सोच भै डरत। जदों सुनदे आ ना, वेदां विच लिखिया होया, शास्त्रां विच लिखिया होया कि पापी बंदे नूं ये सज़ा मिलदी है, कुकर्मी बंदे नूं ये सज़ा मिलदी है। सुनदे आ वेदां दे विचों, शास्त्रां विचों, धार्मिक ग्रंथां विच लिखिया होया। अनकाए रातड़िया वाट दुहेली राम, पाप कमावंदिया तेरा कोई ना बेली राम। कोई ना बेली होवे तेरा सदा पछोतावे।
ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਮਹਾਰਾਜ ਕਹਿਣ ਲੱਗੇ ਵੇਦਾਂ ਵਿੱਚ, ਸ਼ਾਸਤਰਾਂ ਵਿੱਚ, ਪੁਰਾਣ ਵਿੱਚ, ਕੁਰਾਨ ਵਿੱਚ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਲਿਖਿਆ ਹੋਇਆ ਹੈ ਵੀ ਪਾਪੀ ਬੰਦੇ ਨੂੰ ਬੜੀਆਂ ਕਠਿਨ ਸਜ਼ਾਵਾਂ ਦਿੱਤੀਆਂ ਜਾਂਦੀਆਂ। ਜਦੋਂ ਇਹ ਗੱਲ ਸੁਣਦੇ ਹਨ, ਕੋਈ ਗੁਰਮੁਖ, ਕੋਈ ਪੜ੍ਹਨ ਵਾਲਾ ਵਿਦਵਾਨ ਜਦੋਂ ਪੜ੍ਹ ਕੇ ਸੁਣਾਉਂਦਾ ਤੇ ਉਹ ਗੱਲ ਜਦੋਂ ਕੰਨਾਂ ਵਿੱਚ ਪੈਂਦੀ ਹੈ ਤੇ ਉਸ ਵੇਲੇ ਫਿਰ ਸੋਚਦੇ ਹਾਂ ਵੀ ਮੈਂ ਤੇ ਬਹੁਤ ਪਾਪ ਕੀਤੇ ਨੇ। ਬੰਦਾ ਕਿਸੇ ਨੂੰ ਨਾ ਦੱਸੇ ਪਰ ਆਪਣੇ ਮਨ ਵਿੱਚ ਤੇ ਖਿਆਲ ਆਉਂਦਾ ਨਾ ਵੀ ਮੈਂ ਕੀ ਕਰਦਾ ਪਿਆ, ਮੈਂ ਰੋਜ਼ ਕਿੰਨੇ ਬੰਦਿਆਂ ਨੂੰ ਦੁੱਖ ਦਿੰਦਾ ਹਾਂ, ਕਿੰਨਿਆਂ ਦਾ ਮੈਂ ਮਾੜਾ ਸੋਚਦਾ। ਜਦੋਂ ਕਿਸੇ ਗੁਰਮੁਖ ਦੇ ਕੋਲੋਂ ਸੁਣਿਆ, ਜਿਹਨੇ ਵੇਦ ਸ਼ਾਸਤਰ ਪੜ੍ਹ ਕੇ ਸੁਣਾਇਆ ਵੀ ਪਾਪੀ ਬੰਦੇ ਦਾ ਰੱਬ ਦੀ ਦਰਗਾਹ ਦੇ ਵਿੱਚ ਬੜਾ ਮਾੜਾ ਹਾਲ ਹੁੰਦਾ ਹੈ, ਬੜੀਆਂ ਕਠਿਨ ਸਜ਼ਾਵਾਂ ਮਿਲਦੀਆਂ ਨੇ, ਜਦੋਂ ਇਹ ਗੱਲ ਸੁਣੀ ਤੇ ਫਿਰ ਸੋਚਿਆ ਵੀ ਮੈਂ ਤੇ ਹਰ ਵੇਲੇ ਮਾੜਾ ਕਰਦਾ, ਹਰ ਵੇਲੇ ਮਾੜਾ ਸੋਚਦਾ। ਫਿਰ ਭੈ ਡਰਤ ਜਮਾਂ ਦੇ ਭੈ ਤੋਂ ਫਿਰ ਡਰ ਗਿਆ, ਮੇਰਾ ਕੀ ਹਾਲ ਹੋਵੇਗਾ। ਅੰਤਰਜਾਮੀ ਸੁਣ ਕਾਂਪਤ ਹੋਂ ਅੰਤਰਗਤ। ਭਾਈ ਗੁਰਦਾਸ ਜੀ ਨੇ ਲਿਖਿਆ, ਜਦੋਂ ਮੈਂ ਪਾਪ ਕਰਕੇ ਤੇ ਬੰਦਾ ਬਾਅਦ ਵਿੱਚ ਸੋਚਦਾ ਨਾ ਵੀ ਪਰਮਾਤਮਾ ਅੰਤਰਜਾਮੀ ਹੈ, ਉਹਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਅੰਦਰੋਂ ਹੀ ਮਨ ਦੀ ਗੱਲ ਆਪੇ ਹੀ ਜਾਣ ਲੈਂਦਾ ਹੈ ਤੇ ਮੇਰੀ ਰੂਹ ਕੰਬ ਜਾਂਦੀ ਹੈ, ਮੇਰਾ ਤਨ ਕੰਬ ਜਾਂਦਾ ਹੈ। ਇਹ ਗੱਲ ਸੁਣ ਕੇ ਡਰ ਦੇ ਵਿੱਚ ਵੀ ਪਾਪ ਮੈਂ ਬੜਾ ਵੱਡਾ ਕੀਤਾ, ਦੁਨੀਆ ਕੋਲੋਂ ਛੁਪਾ ਲਵਾਂਗਾ ਪਰ ਉਹਦੇ ਕੋਲੋਂ ਨਹੀਂ ਛੁਪਾਇਆ ਜਾਣਾ ਜਿਹਦੇ ਕੋਲ ਸਰੀਰ ਨੇ ਜਾ ਕੇ, ਵਾਹਿਗੁਰੂ ਜੀ ਆਤਮਾ ਨੇ ਜਾ ਕੇ ਲੇਖਾ ਦੇਣਾ ਹੈ। ਇਹ ਗੱਲ ਸੁਣ ਕੇ ਮੈਂ ਕੰਬ ਜਾਂਦਾ ਹਾਂ ਅੰਦਰ ਤੱਕ ਵੀ ਮੈਂ ਬੜਾ ਵੱਡਾ ਪਾਪੀ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ, ਕਹਿਣ ਲੱਗੇ ਭਾਈ ਵੇਦਾਂ ਸ਼ਾਸਤਰਾਂ ਵਿੱਚ ਜੋ ਲਿਖਿਆ ਹੈ ਨਾ, ਜਦੋਂ ਕਿਸੇ ਸੁਣੀਦਾ ਨਾ ਕਿਸੇ ਵਿਦਵਾਨ ਦੇ ਕੋਲੋਂ, ਕਿਸੇ ਮਹਾਤਮਾ ਦੇ ਕੋਲੋਂ ਵੀ ਸ਼ਾਸਤਰ ਇਹ ਗੱਲ ਕਹਿੰਦਾ ਪਾਪੀ ਬੰਦੇ ਨੂੰ ਆਹ ਸਜ਼ਾ ਮਿਲਦੀ ਹੈ, ਤੇ ਉਸ ਵੇਲੇ ਸੋਚੀਦਾ ਵੀ ਮੈਂ ਤੇ ਇੰਨੇ ਪਾਪ ਕੀਤੇ ਨੇ, ਮੈਂ ਤੇ ਰੋਜ਼ ਇੰਨੇ ਪਾਪ ਕਰਦਾ ਹਾਂ। ਤੇ ਭੈ ਡਰਤ, ਫਿਰ ਭੈ ਨਾਲ ਡਰ ਜਾਈਦਾ, ਕੰਬ ਜਾਈਦਾ, ਚਿਹਰਾ ਪੀਲਾ ਪੈ ਜਾਂਦਾ ਹੈ, ਸਾਹ ਸੁੱਕ ਜਾਂਦਾ ਇੱਕ ਵਾਰੀ ਸੋਚ ਕੇ ਵੀ ਮੇਰਾ ਕੀ ਹਾਲ ਹੋਵੇਗਾ, ਮੈਨੂੰ ਕੈਸੀ ਸਜ਼ਾ ਮਿਲੇਗੀ, ਇਹ ਸੋਚ ਕੇ ਡਰ ਜਾਈਦਾ ਹੈ। ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ। ਜੀ ਨੂੰ ਪੁੱਛਿਆ, ਮਹਾਰਾਜ ਜੀ ਗੁਨਾਹ ਤੇ ਬੜੇ ਕੀਤੇ, ਕਿਰਪਾ ਕਰਕੇ ਹੁਣ ਬਖਸ਼ਾਉਣ ਦਾ ਤਰੀਕਾ ਦੱਸ ਦਿਓ ਵੀ ਬਖਸ਼ੇ ਕਿਵੇਂ ਜਾਵਾਂਗੇ। ਤੇ ਮਹਾਰਾਜ ਕਹਿਣ ਲੱਗੇ ਮੇਰ ਤੇਰ ਤਜੋ, ਪਹਿਲਾਂ ਇਹ ਮੇਰੀ ਤੇ ਤੇਰੀ ਛੱਡ ਦੇ ਕਹਿਣੀ ਵੀ ਆਹ ਮੇਰਾ ਤੇ ਆਹ ਤੇਰਾ। ਵੰਡੀਆਂ ਜਿਹੜੀਆਂ ਪਾਉਂਦਾ ਪਿਆ ਨਾ, ਇਹ ਵੰਡੀਆਂ ਪਾਉਣੀਆਂ ਛੱਡ ਦੇ। ਵੰਡੀਆਂ ਪਾਉਣ ਦਾ ਤੇਰਾ ਹੱਕ ਕੋਈ ਨਹੀਂ ਹੈ ਵੀ ਤੂੰ ਵੰਡੀ ਪਾਵੇਂ। ਵੰਡੀ ਉਹ ਪਾ ਸਕਦਾ ਜਿਹਨੇ ਵਸਤੂ ਬਣਾਈ ਹੈ, ਜਿਹਨੇ ਵਸਤੂ ਦੇਣੀ ਹੈ, ਤੇ ਦੇਣ ਵਾਲਾ ਪਰਮਾਤਮਾ। ਜਦੋਂ ਦਿੰਦਾ ਪਰਮਾਤਮਾ ਪਿਆ ਤੇ ਤੂੰ ਕੌਣ ਹੁੰਦਾ ਵੰਡਣ ਵੰਡਾਉਣ ਵਾਲਾ। ਮੇਰ ਤੇਰ ਤਜੋ, ਪਹਿਲਾਂ ਮੇਰ ਤੇ ਤੇਰ ਨੂੰ ਛੱਡ। ਤੇ ਪਾਤਸ਼ਾਹ ਅਗਲਾ ਬਚਨ ਕਰਦੇ, ਕਹਿਣ ਲੱਗੇ ਭਾਈ ਪਿਆਰਿਆ ਤਜੋ ਅਭਿਮਾਨਾ, ਫਿਰ ਹੰਕਾਰ ਛੱਡ ਵੀ ਮੈਂ ਕੁਝ ਵੰਡ ਸਕਦਾ ਜਾਂ ਮੈਂ ਵੰਡਣ ਵਾਲਾ ਹਾਂ, ਇਸ ਗੱਲ ਦਾ ਹੰਕਾਰ ਛੱਡ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਸਰਨ ਸੁਆਮੀ ਕੀ ਪਰਤ। ਸੁਆਮੀ ਜੋ ਮਾਲਕ ਹੈ ਨਾ, ਅਕਾਲ ਪੁਰਖ, ਉਸ ਦਾ ਸਰੂਪ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਐਸੇ ਗੁਰਾਂ ਦੀ ਸ਼ਰਨ ਵਿੱਚ ਪੈ ਜਾ। ਪਰ ਸ਼ਰਨ ਵਿੱਚ ਪੈਣ ਦਾ ਲਾਭ ਤਾਂ ਹੋਣਾ ਜੇ ਪਹਿਲਾਂ ਮੇਰ ਤੇਰ ਛੱਡੇਗਾ, ਹੰਕਾਰ ਛੱਡੇਗਾ, ਤੇ ਤਾਂ ਸ਼ਰਨ ਵਿੱਚ ਪਿਆ ਸਫਲਾ ਹੋਣਾ। ਤੇ ਜੇ ਹੰਕਾਰ ਨਹੀਂ ਛੱਡਿਆ ਤੇ ਮਹਾਰਾਜ ਕਹਿਣ ਲੱਗੇ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਚਰੇ ਇਸਨਾਨ। ਮਹਾਵਤ ਨੇ ਸੋਚਿਆ ਵੀ ਮੇਰਾ ਹਾਥੀ ਬੜਾ ਮੈਲਾ ਹੋ ਗਿਆ, ਮਿੱਟੀ ਨਾਲ ਬੜਾ ਭਰ ਗਿਆ ਹੈ, ਬੜਾ ਗੰਦਾ ਲੱਗਦਾ ਪਿਆ, ਤੇ ਮੈਂ ਨਦੀ ਵਿੱਚ ਜਾ ਕੇ ਇਹਨੂੰ ਨਵਾ ਕੇ ਚੰਗਾ ਸੋਹਣਾ ਬਣਾ ਕੇ ਲਿਆਵਾਂ। ਹਾਥੀ ਨੂੰ ਚਲਾਉਣ ਵਾਲਾ ਮਹਾਵਤ ਲੈ ਤੇ ਗਿਆ ਨਦੀ ਦੇ ਵਿੱਚ, ਹਾਥੀ ਨੂੰ ਬਿਠਾ ਕੇ ਪਾਣੀ ਦੇ ਵਿੱਚ ਬੜਾ ਮਲ ਕੇ ਕੂਚੀ ਦੇ ਨਾਲ ਸਾਫ਼ ਕਰਦਾ। ਤੇ ਜਦੋਂ ਚੰਗੀ ਤਰ੍ਹਾਂ ਉਹ ਨਿਖਰ ਗਿਆ, ਮੈਲ ਮਿੱਟੀ ਲੈ ਗਈ, ਤੇ ਮਹਾਵਤ ਬੜਾ ਖੁਸ਼ ਹੋਇਆ ਵੀ ਮੇਰਾ ਤੇ ਹਾਥੀ ਚਮਕਦਾ ਬੜਾ ਪਿਆ। ਤੇ ਜਦੋਂ ਕੱਢਿਆ ਪਾਣੀ ਤੋਂ ਬਾਹਰ
ਸਾਫ਼ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਾਣੀ ਵਿੱਚ ਬੈਠਾ। ਪਾਣੀ ਤੋਂ ਬਾਹਰ ਨਿਕਲਿਆ ਤੇ ਉਹਨੇ ਆਉਂਦਿਆਂ ਹੀ ਟਿੱਬੇ ਦੀ ਰੇਤ ਨੂੰ ਆਪਣੀ ਸੁੰਡ ਦੇ ਨਾਲ ਚੁੱਕ ਚੁੱਕ ਕੇ, ਸੁਆਹ ਨੂੰ ਚੁੱਕ ਚੁੱਕ ਕੇ ਫਿਰ ਆਪਣੇ ਸਰੀਰ ਤੇ ਸੁੱਟਿਆ। ਨਹਾਤਾ ਜ਼ਰੂਰ ਹੈ ਪਰ ਮੈਲ ਦੂਰ ਨਹੀਂ ਹੋਈ। ਉਹਨੂੰ ਮੈਲ ਦੂਰ ਕਰਨੀ ਚੰਗੀ ਲੱਗੀ ਨਹੀਂ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਗਰ ਤਪ ਪ੍ਰੀਤ ਭਸਮ ਸੰਗ ਹੋਏ। ਖੋਤੇ ਦੀ ਪ੍ਰੀਤੀ ਤੇ ਸੁਆਹ ਦੇ ਨਾਲ ਹੀ ਹੈ। ਖੋਤੇ ਦਾ ਇਸ਼ਨਾਨ ਕਰਵਾਇਆ, ਖੋਤੇ ਨੂੰ ਨਵਾ ਦਿੱਤਾ, ਉਹਨੇ ਵੀ ਬਾਹਰ ਆ ਕੇ ਲੇਟਣਾ ਹੀ ਹੈ ਮਿੱਟੀ ਦੇ ਉੱਪਰ ਵੀ ਮੇਰੀ ਪ੍ਰੀਤੀ ਇਹਦੇ ਨਾਲ ਹੈ, ਮੈਨੂੰ ਦੂਰ ਕਿਉਂ ਕਰਦਾ ਪਿਆ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਪਿਆਰਿਆ, ਬੰਦਾ ਕਰਦਾ ਤੀਰਥਾਂ ਦੀ ਯਾਤਰਾ ਵੀ ਉੱਥੇ ਜਾ ਕੇ ਮੇਰਾ ਭਲਾ ਹੋਵੇਗਾ, ਪਰ ਮਨ ਵਿੱਚ ਗਿਣਤੀ ਆ ਗਈ ਵੀ ਪਹਿਲਾਂ 5 ਵਾਰੀ ਆਇਆ ਤੇ ਐਤਕੀ 6ਵੀਂ ਵਾਰੀ ਆਇਆ ਹਾਂ। ਮੇਰੇ ਪਿੰਡ ਵਿੱਚੋਂ, ਮੇਰੇ ਇਲਾਕੇ ਵਿੱਚੋਂ ਫਲਾਣਾ ਬੰਦਾ ਬੜਾ ਤੁਰਿਆ ਫਿਰਿਆ, ਪਰ ਉਹ ਇੱਥੇ ਇੰਨੀ ਵਾਰੀ ਨਹੀਂ ਆਇਆ ਜਿੰਨੀ ਵਾਰੀ ਮੈਂ ਆਇਆ। ਤੇ ਉਹ ਮਨ ਵਿੱਚ ਮਾਣ ਆ ਗਿਆ ਨਾ ਵੀ ਮੈਂ ਹੀ ਆਇਆ, ਹੋਰ ਤੇ ਕੋਈ ਆਇਆ ਨਹੀਂ। ਫਿਰ ਵਰਤ ਰੱਖ ਲੈਂਦਾ, ਭਾਵੇਂ ਕਿ ਗੁਰਮਤਿ ਵਿੱਚ ਵਰਤ ਦੀ ਮਨਾਹੀ ਹੈ, ਥੋੜ੍ਹਾ ਸੌਣਾ ਖਾਵਣਾ। ਇਹ ਮਹਾਰਾਜ ਦਾ ਬਚਨ ਹੈ ਵੀ ਗੁਰੂ ਕਿਆ ਸਿੱਖਾ ਤੇਰਾ ਵਰਤ ਤੇ ਰੋਜ਼ ਦਾ ਹੀ ਹੈ ਵੀ ਥੋੜ੍ਹਾ ਜਿਹਾ ਕੰਟਰੋਲ ਦੇ ਨਾਲ ਭੋਜਨ ਛਕਿਆ ਕਰ, ਬਿਮਾਰੀ ਤੋਂ ਬਚੇਗਾ। ਪਰ ਜੇ ਅਸੀਂ 364 ਦਿਨ ਰੱਜ ਰੱਜ ਕੇ ਖਾਈਏ ਤੇ ਇੱਕ ਦਿਨ ਆਪਾਂ ਆਖੀਏ ਵੀ ਅੱਜ ਭੁੱਖੇ ਰਹਿਣਾ, ਤਾਂ ਕੋਈ ਬਹੁਤੇ ਲਾਭ ਵਾਲੀ ਗੱਲ ਨਹੀਂ। ਪਰ ਫਿਰ ਵੀ ਕੁਝ ਲੋਕ ਵਰਤ ਰੱਖਦੇ ਨੇ। ਵਰਤ ਰੱਖਿਆ ਪਰ ਦੁਨੀਆ ਨੂੰ ਗਲੀ ਮਹੱਲੇ ਵਿੱਚ ਦੱਸਦਾ ਫਿਰਦਾ ਵੀ ਮੈਂ ਤੇ ਇੰਨੇ ਸਾਲਾਂ ਤੋਂ ਵਰਤ ਰੱਖਦਾ ਆਉਂਦਾ। ਸਾਲਾਂ ਦੀ ਗਿਣਤੀ ਹੈ, ਦਿਨਾਂ ਦੀ ਗਿਣਤੀ ਹੈ। ਤੀਰਥ ਵਰਤ ਅਰ ਦਾਨ ਕਰ। ਤੀਜਾ ਬਚਨ ਹੈ ਦਾਨ ਕਰਨਾ। ਦਾਨ ਵੀ ਕੀਤਾ ਆਪਣੀ ਜਥਾ ਸ਼ਕਤ ਮਾਇਆ ਦੇ ਵਿੱਚੋਂ, ਕੱਪੜੇ ਦੇ ਵਿੱਚੋਂ ਜਾਂ ਭੋਜਨ ਦੇ ਵਿੱਚੋਂ ਦਾਨ ਕਰਦਾ ਜ਼ਰੂਰ ਹੈ, ਪਰ ਉਹਦੀ ਵੀ ਗਿਣਤੀ ਕਰਦਾ ਵੀ ਪਿਛਲੇ ਸਾਲ ਇੰਨਾ ਕੀਤਾ, ਇਸ ਸਾਲ ਇੰਨਾ ਕੀਤਾ। ਮੈਂ ਇਹ ਦਾਨ 20 30 50 ਸਾਲਾਂ ਤੋਂ ਕਰਦਾ ਆ ਰਿਹਾ ਹਾਂ। ਮਹਾਰਾਜ ਕਹਿਣ ਲੱਗੇ ਉਹ ਦਾਨ ਕੀਤਾ, ਉਹ ਵਰਤ ਰੱਖਿਆ, ਉਹ ਤੀਰਥ ਯਾਤਰਾ ਕੀਤੀ। ਇਸੇ ਤਰ੍ਹਾਂ ਦੀ ਹੈ ਜਿਵੇਂ ਮੁਹਾਵਤ ਨੇ ਹਾਥੀ ਨੂੰ ਪਾਣੀ ਵਿੱਚ ਤੇ ਬਿਠਾਇਆ, ਪਰ ਹਾਥੀ ਨੂੰ ਸਾਫ਼ ਨਹੀਂ ਕਰ ਸਕਿਆ। ਬਾਹਰ ਆਉਂਦਿਆਂ ਉਹਨੇ ਫਿਰ ਖੇ ਮਿੱਟੀ ਆਪਣੇ ਸਰੀਰ ਤੇ ਪਾ ਲਈ ਹੈ। ਇਸੇ ਤਰ੍ਹਾਂ ਬੰਦੇ ਨੇ ਕਰਮ ਕੀਤਾ ਜ਼ਰੂਰ ਹੈ। ਜਿਵੇਂ ਮੁਹਾਵਤ ਨੇ ਹਾਥੀ ਨਵਾਇਆ, ਕਰਮ ਤੇ ਕੀਤਾ ਨਾ ਮੁਹਾਵਤ ਨੇ। ਬੰਦੇ ਨੇ ਵੀ ਯਾਤਰਾ ਕੀਤੀ ਹੈ, ਕਰਮ ਤੇ ਕੀਤਾ, ਪਰ ਹਾਥੀ ਮਿੱਟੀ ਬਿਨਾਂ ਨਹੀਂ ਰਹਿ ਸਕਿਆ। ਤੇ ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਹੰਕਾਰ ਬਿਨਾਂ ਨਹੀਂ ਰਹਿ ਸਕਦਾ, ਗਿਣਤੀ ਬਿਨਾਂ ਨਹੀਂ ਰਹਿ ਸਕਦਾ। ਤੇ ਜਦੋਂ ਹੰਕਾਰ ਤੇ ਗਿਣਤੀ ਵਿੱਚ ਆ ਗਿਆ, ਫਿਰ ਸਭ ਕੁਝ ਕੀਤਾ ਕਰਾਇਆ ਨਿਸਫਲ ਚਲਾ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਪਿਆਰਿਆ, ਬਚਨ ਇਹ ਹੈ ਅਭਿਮਾਨ ਛੱਡਣਾ ਬੜਾ ਜ਼ਰੂਰੀ ਹੈ। ਹੰਕਾਰ ਤੋਂ ਬਿਨਾਂ ਗੱਲ ਬਣਨੀ ਕੋਈ ਨਹੀਂ ਹੋ। ਮੇਰ ਤੇਰ ਤਜੋ ਅਭਿਮਾਨਾ। ਹੰਕਾਰ ਛੱਡ ਕਿਸੇ ਵੀ ਤਰ੍ਹਾਂ ਦਾ, ਤੀਰਥ ਯਾਤਰਾ ਦਾ, ਵਰਤ ਰੱਖਣ ਦਾ, ਦਾਨ ਕਰਨ ਦਾ, ਚੰਗੇ ਕੱਪੜੇ ਦਾ, ਚੰਗੇ ਜੀਵਨ ਦਾ, ਉੱਚੀ ਕੁਲ ਦਾ, ਬਹੁਤੀ ਮਾਇਆ ਦਾ, ਜੋ ਵੀ ਤੇਰੇ ਮਨ ਵਿੱਚ ਮਾਨ ਹੰਕਾਰ ਹੈ, ਇਸ ਨੂੰ ਛੱਡ ਕੇ ਸਰਨ ਸੁਆਮੀ ਕੀ ਪਰਤ। ਫਿਰ ਆਪਣੇ ਸੁਆਮੀ ਦੀ ਸ਼ਰਨ ਵਿੱਚ ਪਏਗਾ ਤੇ ਲਾਭ ਤਾਂ ਹੋਣਾ ਹੈ। ਕਿਉਂਕਿ ਸੁਆਮੀ ਕੋਲ ਜਾਣਾ, ਮਾਲਕ ਦੇ ਕੋਲ ਜਾਣਾ, ਤੇ ਮਨ ਖਾਲੀ ਲੈ ਕੇ ਜਾਵੇਂਗਾ ਤੇ ਤਾਂ ਹੀ ਉੱਥੋਂ ਖੈਰ ਪੈਣੀ ਹੈ। ਤੇ ਜੇ ਮਨ ਤੇ ਤੇਰਾ ਪਹਿਲਾਂ ਹੀ ਭਰਿਆ ਪਿਆ ਹੰਕਾਰ ਦੇ ਨਾਲ, ਤੇ ਖੈਰ ਕਿੱਥੋਂ ਪਵਾਵੇਂਗਾ। ਪਹਿਲਾਂ ਇਹਨਾਂ ਵਕਾਰਾਂ ਨੂੰ ਦੂਰ ਕਰ ਤੇ ਫਿਰ ਸੁਆਮੀ ਦੀ ਸ਼ਰਨ ਵਿੱਚ ਪੈ। ਜੇ ਤੇਰੇ ਮਨ ਵਿੱਚ ਜਮਾਂ ਦਾ ਡਰ ਹੈ ਨਾ ਵੀ ਜਮ ਮੈਨੂੰ ਬੜਾ ਮਾਰਨਗੇ ਪਰਲੋਕ ਦੇ ਵਿੱਚ, ਤੇ ਤੈਨੂੰ ਇਹ ਗੁਣ ਰੱਖਣਾ ਪੈਣਾ ਹੈ। ਰਹਾਉ ਜੋ ਜੋ ਕਹੈ ਸੋਈ ਭਲ ਮਾਨੋ, ਨਾਹੇ ਨਾ ਕਾ ਬੋਲ ਕਰਤ। ਕਹਿਣ ਲੱਗੇ ਅਗਲਾ ਬਚਨ ਇਹ ਹੈ, ਇਹ ਗੁਣ ਨੇ ਗੁਰਸਿੱਖ ਦੇ ਵਿੱਚ ਹੋਣੇ ਚਾਹੀਦੇ। ਗੁਣਾ ਬਿਨਾਂ ਭਗਤੀ ਨਹੀਂ ਜੇ ਹੁੰਦੀ। ਇਹ ਗੱਲ ਆਪਣੇ ਪੱਲੇ ਬੰਨ੍ਹ ਲਈਏ। ਵਿਣ ਗੁਣ ਕੀਤੇ ਭਗਤ ਨਾ ਹੋਏ। ਜਪਜੀ ਸਾਹਿਬ ਦਾ ਪਾਠ ਤੇ ਸਵੇਰੇ ਬੈਠ ਕੇ ਕੀਤਾ, ਪਰ ਉਹਦੇ ਵਿੱਚ ਮਹਾਰਾਜ ਨੇ ਆਖਿਆ ਵੀ ਜਿੰਨਾ ਚਿਰ ਗੁਣ ਨਹੀਂ ਉਹ ਧਾਰਨ ਕਰਦਾ, ਭਗਤੀ ਵਿੱਚ ਸਫਲਾ ਨਹੀਂ ਹੋਵੇਗਾ। ਤੇ ਸਤਿਗੁਰਾਂ ਦਾ ਮਹਾਵਾਕ ਆ ਗਿਆ। ਕਹਿਣ ਲੱਗੇ ਪਹਿਲਾ ਗੁਣ ਇਹ ਹੈ, ਜੋ ਜੋ ਕਹੈ ਸੋਈ ਭਲ ਮਾਨੋ। ਜੋ ਜੋ ਪਰਮਾਤਮਾ ਕਹਿੰਦਾ ਹੈ ਉਹਨੂੰ ਭਲਾ ਸਮਝ ਵੀ। ਇਹ ਮੇਰੇ ਵਾਸਤੇ ਜੋ ਹੋ ਰਿਹਾ ਹੈ ਇਹ ਭਲਾ ਹੀ ਹੋ ਰਿਹਾ ਹੈ, ਚੰਗਾ ਹੀ ਹੋ ਰਿਹਾ, ਮੈਨੂੰ ਇਹੋ ਹੀ ਕਰਨਾ ਚਾਹੀਦਾ ਹੈ। ਉਸ ਬਚਨ ਨੂੰ ਭਲਾ ਕਰਕੇ ਮੰਨ ਲੈ। ਨਾਹਿਨ ਕਾ ਬੋਲ ਨਾ ਪਰਤ। ਨਾ ਕਰਨ ਦਾ ਤੇ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ।
ਕਈ ਵਾਰੀ ਕੋਈ ਬਚਨ ਆਉਂਦਾ ਹੈ ਜਾਂ ਕਈ ਵਾਰੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਤੇ ਉੱਥੇ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਤੈਨੂੰ ਹਾਂ ਕਰਨੀ ਪੈਣੀ ਹੈ, ਨਾ ਦੀ ਤੇ ਇੱਥੇ ਗੁੰਜਾਇਸ਼ ਹੀ ਕੋਈ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਪਿਆਰਿਆ, ਜੇ ਤੂੰ ਮੁਕਤ ਹੋਣਾ ਚਾਹਣਾ ਨਾ ਤੇ ਜੋ ਜੋ ਕਹੈ ਸੋਈ ਭਲ ਮਾਨੋ। ਪਰਮਾਤਮਾ ਜੋ ਜੋ ਕਰਦਾ ਪਿਆ, ਜੋ ਤੈਨੂੰ ਗੁਰੂ ਦੇ ਰੂਪ ਦੇ ਵਿੱਚ ਕਹਿੰਦਾ ਪਿਆ, ਇਹੋ ਸਮਝ ਲੈ ਵੀ ਮੇਰੇ ਵਾਸਤੇ ਇਹੋ ਹੀ ਸਤ ਬਚਨ, ਇਹੋ ਹੀ ਮੇਰੇ ਵਾਸਤੇ ਭਲਾ ਹੈ। ਨਾਹਿਨ ਕਾ ਬੋਲ ਨਾ ਪਰਤ, ਨਾ ਕਰਨ ਦੀ ਤੇ ਗੁੰਜਾਇਸ਼ ਹੈ ਹੀ ਨਹੀਂ ਹੈ। ਨਾ ਕਰਨ ਦਾ ਤੇ ਸਵਾਲ ਪੈਦਾ ਹੀ ਨਹੀਂ ਹੁੰਦਾ। ਜਿੰਨਾ ਚਿਰ ਇਹ ਬਿਰਤੀ ਧਾਰਨ ਨਹੀਂ ਕਰਦਾ ਉਹਨਾਂ ਚਿਰ ਇਹ ਪਹਿਲਾ ਗੁਣ ਤੇਰੇ ਵਿੱਚ ਨਹੀਂ ਆਉਣਾ। ਜੇ ਤੂੰ ਮੁਕਤ ਹੋਣਾ ਚਾਹਣਾ ਤੇ ਮੁਕਤ ਹੋਣ ਵਾਸਤੇ ਇਹ ਗੁਣ ਪਹਿਲਾ ਧਾਰਨ ਕਰ। ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਨੇ ਕਿਹਾ ਹੈ ਉਹ ਮੈਂ ਸਤ ਬਚਨ ਕਹਿ ਕੇ ਮੰਨਣਾ ਹੈ। ਪਰ ਗੁਰਮੁਖੋ ਅਸੀਂ ਇਸ ਤਰ੍ਹਾਂ ਕਰਦੇ ਨਹੀਂ। ਗੁਰੂ ਦਾ ਕਿਹਾ ਹੋਇਆ ਮੰਨਦੇ ਨਹੀਂ, ਸਗੋਂ ਗੁਰੂ ਨੂੰ ਆਪਣੀ ਮਨਾਉਣ ਵਾਸਤੇ ਆਉਂਦੇ ਆ। ਗੁਰੂ ਦਾ ਕਿਹਾ ਤੇ ਨਹੀਂ ਮੰਨਿਆ, ਪਰ ਗੁਰੂ ਨੂੰ ਆਪਣੀ ਮਨਾਉਣ ਵਾਸਤੇ ਆਏ ਆ। ਜਿਹੜੇ ਆਪਣੀ ਮਨਾਉਣ ਵਾਸਤੇ ਆਉਂਦੇ ਨੇ ਉਹ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ। ਤੁਹਾਡੇ ਸਾਹਮਣੇ ਇਤਿਹਾਸ ਹੈ ਖਦਰਾਣੇ ਦੀ ਢਾਬ ਦਾ। ਉਹ ਲੋਕ ਚੱਲ ਕੇ ਆਏ ਸਨ ਗੁਰੂ ਦੀ ਗੱਲ ਮੰਨਣ ਵਾਸਤੇ ਨਹੀਂ, ਗੁਰੂ ਨੂੰ ਮਨਾਉਣ ਵਾਸਤੇ ਆਏ ਸੀ। ਮਹਾਰਾਜ ਤੁਹਾਡਾ ਮਿਲਾਪ ਕਰਵਾ ਦਈਏ, ਔਰੰਗਜ਼ੇਬ ਦੇ ਨਾਲ ਸੰਧੀ ਕਰਵਾ ਦਈਏ। ਆਏ ਸੀ ਨਾ ਜਿਨ੍ਹਾਂ ਨੇ ਬਦਾਵਾ ਲਿਖਿਆ, ਉਹ ਮਹਾਰਾਜ ਨੂੰ ਮੰਨਣ ਨਹੀਂ ਸੀ ਆਏ ਵੀ ਅਸੀਂ ਤੁਹਾਨੂੰ ਮੰਨਦੇ ਹਾਂ, ਸਗੋਂ ਮਨਾਉਣ ਆਏ ਵੀ ਤੁਸੀਂ ਮੰਨੋ ਤੇ ਬਾਦਸ਼ਾਹ ਨਾਲ ਤੁਹਾਡਾ ਮਿਲਾਪ ਕਰਵਾ ਦਈਏ, ਪਿਛਲੇ ਗੱਲਾਂ ਦੀ ਮਾਫੀ ਹੋ ਜਾਏਗੀ, ਅੱਗੇ ਤੋਂ ਮਿਲ ਕੇ ਚੱਲਾਂਗੇ। ਤੇ ਸਤਿਗੁਰੂ ਜਾਣ ਗਏ, ਏਡੀ ਛੇਤੀ ਬਦਾਵਾ ਲਿਖ ਦੇਣਾ ਲੈ ਲੈਣਾ ਨਿੱਕੀ ਗੱਲ ਨਹੀਂ ਹੈ। ਮਹਾਰਾਜ ਜਾਣ ਗਿਆ ਵੀ ਇਹਨਾਂ ਦੇ ਮਨ ਵਿੱਚ ਹੰਕਾਰ ਹੈ ਵੀ ਅਸੀਂ ਸਿਆਣੇ ਹਾਂ ਤੇ ਗੁਰੂ ਨੂੰ ਤੇ ਪਤਾ ਹੀ ਕੁਝ ਨਹੀਂ ਹੈ, ਵੀ ਜੇ ਅਸੀਂ ਚਾਹੀਏ ਤੇ ਸੰਧੀ ਕਰਵਾ ਸਕਦੇ ਹਾਂ, ਅਸੀਂ ਨਾ ਚਾਹੀਏ ਤੇ ਹੋ ਨਹੀਂ ਸਕਦਾ। ਸਤਿਗੁਰੂ ਜਾਣ ਗਿਆ ਮਨ ਵਿੱਚ ਹੰਕਾਰ ਹੈ, ਇਹ ਸਾਡੀ ਮੰਨਣ ਨਹੀਂ ਸਾਨੂੰ ਮਨਾਉਣ ਆਏ ਨੇ, ਵੀ ਸਾਡੀ ਗੁਰੂ ਮੰਨੇ ਤਾਂ ਗੱਲ ਬਣਦੀ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਭਾਈ ਅਸੀਂ ਤੁਹਾਡੀ ਮੰਨਣ ਵਾਸਤੇ ਨਹੀਂ ਬੈਠੇ, ਅਸੀਂ ਤੇ ਗੁਰੂ ਹਾਂ ਤੇ ਗੁਰੂ ਦਾ ਕੰਮ ਹੈ ਉਪਦੇਸ਼ ਦੇਣਾ, ਹੁਕਮ ਕਰਨਾ, ਸਿੱਖ ਦਾ ਕੰਮ ਹੈ ਮੰਨਣਾ। ਗੁਰ ਕਹਿਆ ਸਾਕਾਰ ਕਮਾਵੋ। ਜਿਨ੍ਹਾਂ ਨੇ ਗੁਰੂ ਦਾ ਕਿਹਾ ਮੰਨਿਆ, ਸਾਕਾਰ ਕਰਕੇ ਵਿਖਾਇਆ, ਸਫਲਾ ਕਰਕੇ ਵਿਖਾਇਆ, ਸਫਲੇ ਉਹ ਨੇ। ਤੇ ਸਤਿਗੁਰਾਂ ਦਾ ਬਚਨ ਹੈ, ਜੋ ਜੋ ਕਹੈ ਸੋਈ ਭਲ ਮਾਨੋ। ਗੁਰੂ ਜੋ ਕਰਦਾ ਜੋ ਕਹਿੰਦਾ ਹੈ ਉਪਦੇਸ਼ ਦੇ ਰੂਪ ਦੇ ਵਿੱਚ ਉਹਨੂੰ ਭਲਾ ਸਮਝ ਕੇ ਭਲਾ ਜਾਣ ਕੇ ਮੰਨ ਲੈ। ਨਾਹਿਨ ਕਾ ਬੋਲ ਨਾ ਪਰਤ, ਨਾ ਕਰਨ ਦੀ ਤੇ ਇੱਥੇ ਗੱਲ ਹੈ ਹੀ ਕੋਈ ਨਹੀਂ ਹੈ। ਤੇ ਆਪਣੇ ਸਾਹਮਣੇ ਇਤਿਹਾਸ ਹੈ ਨਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਬਿਰਾਜੇ ਤੇ ਸਿੱਖ ਸੰਗਤਾਂ ਆਈਆਂ ਦਰਸ਼ਨ ਕਰਨ ਵਾਸਤੇ। ਤੇ ਇਤਿਹਾਸ ਦੇ ਪੱਤਰੇ ਇਹ ਗੱਲ ਕਹਿੰਦੇ ਨੇ, ਇਤਿਹਾਸਕ ਗ੍ਰੰਥ ਇਹ ਗੱਲ ਕਹਿੰਦੇ ਨੇ ਵੀ ਉਸ ਦਿਨ ਮੀਂਹ ਬੜਾ ਪੈ ਗਿਆ ਤੇ ਮੀਂਹ ਪੈਣ ਕਰਕੇ ਲੱਕੜਾਂ ਗਿੱਲੀਆਂ ਹੋ ਗਈਆਂ, ਚੁੱਲ੍ਹਿਆਂ ਵਿੱਚ ਲੋਹਾਂ ਦੇ ਵਿੱਚ ਪਾਣੀ ਭਰ ਗਿਆ ਤੇ ਉਸ ਵੇਲੇ ਅੰਨਦਾਨਾ ਜੋ ਸੀ ਉਹ ਭਿੱਜ ਗਿਆ ਪਾਣੀ ਦੇ ਨਾਲ। ਸੰਗਤਾਂ ਨੂੰ ਭੁੱਖ ਲੱਗੀ ਤੇ ਮਹਾਰਾਜ ਸਾਹਿਬ ਜੀਆਂ ਨੇ ਸੰਗਤ ਦੀ ਹਾਲਤ ਵੇਖ ਕੇ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਆਖਿਆ, ਕਹਿਣ ਲੱਗੇ ਲਹਿਣਾ ਜੀ ਸੰਗਤਾਂ ਨੂੰ ਪਕਵਾਨ ਛਕਾਓ, ਫਲ ਛਕਾਓ, ਮਠਿਆਈਆਂ ਛਕਾਓ ਤੇ ਰੁੱਖ ਨੂੰ ਹਿਲਾਓਗੇ ਨਾ ਜਦੋਂ ਸਤ ਕਰਤਾਰ ਕਹਿ ਕੇ ਵਾਹਿਗੁਰੂ ਕਹਿ ਕੇ ਤੇ ਪ੍ਰਾਪਤੀ ਹੋਵੇਗੀ। ਅੱਜ ਸਾਡੇ ਵਿੱਚ ਕੁਝ ਐਸੇ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਵੀ ਇਹ ਹੋ ਨਹੀਂ ਸਕਦਾ ਹੈ, ਮਹਾਰਾਜ ਇਹ ਕਰ ਨਹੀਂ ਸਕਦੇ ਜਾਂ ਐਵੇਂ ਕਿਵੇਂ ਹੋ ਸਕਦਾ ਹੈ। ਤੇ ਜੇ ਆਪਾਂ ਜਾਂਦੇ ਹਾਂ ਨਾਨਕ ਮਤਾ ਸਾਹਿਬ ਦੀ ਧਰਤੀ ਤੇ ਉੱਥੇ ਤੇ ਪ੍ਰਤਾਖੀ ਹੈ ਨਾ, ਇੱਕ ਪਾਸੇ ਦੇ ਰੀਠੇ ਕੌੜੇ ਤੇ ਇੱਕ ਪਾਸੇ ਦੇ ਮਿੱਠੇ। ਜਿਹੜਾ ਕੌੜਿਆਂ ਨੂੰ ਮਿੱਠੇ ਕਰ ਸਕਦਾ ਉਹ ਕੀ ਨਹੀਂ ਕਰ ਸਕਦਾ, ਸਮਰੱਥ ਹੈ ਨਾ ਗੁਰੂ। ਸਾਡੇ ਵਰਗੇ ਇਹ ਗੱਲ ਕਹਿੰਦੇ ਵੀ ਹੋ ਨਹੀਂ ਸਕਦਾ, ਨਾ ਕੋਈ ਕਰ ਸਕਦਾ ਹੈ, ਪਰ ਭਾਈ ਲਹਿਣਾ ਸਾਹਿਬ ਨੇ ਨਹੀਂ ਆਖਿਆ ਮਹਾਰਾਜ ਇਹ ਕਿਵੇਂ ਹੋਵੇਗਾ। ਜੋ ਜੋ ਕਹੈ ਸੋਈ ਭਲ ਮਾਨੋ। ਹੱਥ ਜੋੜ ਕੇ ਆਖਿਆ ਗਰੀਬ ਨਵਾਜ ਸਤਿਗੁਰੂ ਜੋ ਤੁਸੀਂ ਕਹਿੰਦੇ ਪਏ ਹੋ ਨਾ ਇਹ ਸੱਤ ਹੀ ਸੱਤ ਹੈ ਤੇ ਮੈਂ ਤੁਹਾਡਾ ਬਚਨ ਬਿਲਕੁਲ ਮੰਨਦਾ ਹਾਂ, ਬਿਲਕੁਲ ਯਕੀਨ ਕਰਦਾ ਹਾਂ। ਤੇ ਜਦੋਂ ਭਾਈ ਲਹਿਣਾ ਸਾਹਿਬ ਜੀ ਦੀਵਾਨ ਤੋਂ ਬਾਹਰ ਨਿਕਲਣ ਲੱਗੇ ਤੇ ਬਾਬਾ ਸ਼੍ਰੀ ਚੰਦ ਵਰਗਿਆਂ ਨੇ ਜਾਂ ਕਈ ਹੋਰ ਸਾਡੇ ਵਰਗੇ ਵੀ ਸਿਆਣੇ ਹੋਣਗੇ ਉੱਥੇ ਬੈਠੇ, ਉਹਨਾਂ ਨੇ ਆਖਿਆ ਉਹ ਲਹਿਣਿਆ
ਦੁਨੀਆ ਤੇਰੇ ਤੇ ਹਾਸਾ ਕਰੇਗੀ, ਮਖੌਲ ਕਰੇ ਵੀ ਰੁੱਖ ਨੂੰ ਲਾਉਂਦਾ ਪਿਆ ਕਮਲਾ ਬੰਦਾ, ਕਦੇ ਰੁੱਖਾਂ ਨੂੰ ਵੀ ਫਲ ਤੇ ਮਠਿਆਈਆਂ ਲੱਗੀਆਂ। ਲੋਕ ਕੀ ਕਹਿਣਗੇ, ਬਾਪੂ ਬੁੱਢਾ ਹੋ ਗਿਆ ਤੇ ਬਜ਼ੁਰਗ ਬੰਦੇ ਦੀ ਮੱਤ ਜਿਹੜੀ ਉਹ ਟਿਕਾਣੇ ਨਹੀਂ ਰਹਿੰਦੀ, ਬੱਚਿਆਂ ਵਾਲੀ ਹੋ ਜਾਂਦੀ ਹੈ। ਉਹਨਾਂ ਨੇ ਤੈਨੂੰ ਜਾਣ ਬੁੱਝ ਕੇ ਇਹ ਗੱਲ ਕਹੀ ਹੈ। ਦੁਨੀਆ ਕੀ ਆਖੇਗੀ, ਇਹ ਸੋਚ ਕਰਮ ਕਰਨ ਤੋਂ ਪਹਿਲਾਂ। ਸਾਡੇ ਵਰਗੇ ਸਿਆਣਿਆਂ ਨੇ ਰਾਏ ਦਿੱਤੀ ਉੱਥੇ ਵੀ ਹੋ ਨਹੀਂ ਸਕਦਾ, ਕਿਉਂਕਿ ਅਸੀਂ ਸਿਆਣਾ ਸਮਝਦੇ ਗੁਰੂ ਨਾਲੋਂ। ਤੇ ਭਾਈ ਸਾਹਿਬ, ਭਾਈ ਲਹਿਣਾ ਜੀ ਕਹਿਣ ਲੱਗੇ, ਕਹਿੰਦੇ ਭਾਈ ਪਿਆਰਿਓ, ਗੁਰੂ ਨਾਨਕ ਸਾਹਿਬ ਬਚਨ ਕਰ ਦੇਣ ਤੇ ਉਹ ਬਚਨ ਹੋਵੇ ਕਿਵੇਂ ਨਾ, ਇਹ ਤੇ ਗੱਲ, ਇਹ ਤੇ ਸੋਚ ਮੇਰੇ ਦਿਮਾਗ ਦੇ ਵਿੱਚ, ਮੇਰੇ ਦਿਲ ਦੇ ਵਿੱਚ ਆਉਂਦੀ ਨਹੀਂ ਨਾ ਵੀ ਮਹਾਰਾਜ ਕਹਿਣ ਤੇ ਹੋਵੇ ਨਾ। ਇਹ ਤੇ ਹੋ ਹੀ ਨਹੀਂ ਨਾ ਸਕਦਾ। ਜੇ ਇਹਨਾਂ ਨੇ ਕਿਹਾ ਤੇ ਹੋਵੇਗਾ, ਜ਼ਰੂਰ ਬਾਰ ਜ਼ਰੂਰ ਹੋਵੇਗਾ, ਮੇਰੇ ਮਨ ਨੂੰ ਭਰੋਸਾ। ਜੋ ਜੋ ਕਹੈ ਸੋਈ ਭਲ ਮਾਨੋ। ਗੁਰੂ ਨੇ ਜੋ ਆਖਿਆ, ਭਾਈ ਲਹਿਣਾ ਸਾਹਿਬ ਜੀ ਨੇ ਭਲਾ ਭਲਾ ਕਰਕੇ ਮੰਨਿਆ। ਮਠਿਆਈਆਂ ਸੰਗਤ ਨੂੰ ਛਕਾਈਆਂ, ਨਾ ਹਿਨ ਕਾ ਬੋਲ, ਨਾ ਪਰਤ, ਨਾ ਕਰਨ ਦੀ ਤੇ ਗੁੰਜਾਇਸ਼ ਹੈ ਹੀ ਨਹੀਂ ਭਾਈ ਲਹਿਣਾ ਜੀ ਦੇ ਕੋਲ। ਤੇ ਗੁਰਮੁਖੋ ਤਾਂ ਉਹ ਗੁਰੂ ਅੰਗਦ ਬਣੇ। ਤੇ ਜਿਨ੍ਹਾਂ ਨੇ ਆਖਿਆ ਸੀ ਨਾ ਵੀ ਇਹ ਨਹੀਂ ਹੋ ਸਕਦਾ, ਕਿੱਧਰ ਚੱਲਿਆ, ਉਹ ਗੁਰੂ ਅੰਗਦ ਸਾਹਿਬ ਨਹੀਂ ਬਣ ਸਕੇ। ਉਹ ਦੂਜੀ ਥਾਂ ਤੇ ਗੁਰਤਾ ਗੱਦੀ ਲੈ ਨਹੀਂ ਸਕੇ, ਤਾਂ ਉਹ ਰਹਿ ਗਏ ਗੁਰਤਾ ਗੱਦੀ ਤੋਂ ਖਾਲੀ, ਕਿਉਂਕਿ ਬਚਨ ਨਹੀਂ ਮੰਨ ਪਾਏ। ਜਿਹਨੇ ਮੰਨਿਆ ਬੈਠਾ ਉਹੀ ਤਖਤ ਦੇ ਉੱਪਰ। ਇਸ ਕਰਕੇ ਭਾਈ ਜਿਹੜਾ ਬਚਨ ਮੰਨਦਾ ਹੈ ਉਹ ਸਫਲਾ ਹੋ ਜਾਂਦਾ ਹੈ। ਨਿਮਖ ਨਾ ਬਿਸਰੋ ਹੀਏ ਮੋਰੇ ਤੇ, ਬਿਸਰਤ ਜਾਈ ਹਾਉ ਮਰਤ। ਸਤਿਗੁਰਾਂ ਦੇ ਅੱਗੇ ਬੇਨਤੀ ਕਰ, ਮਹਾਰਾਜ ਇੱਕ ਨਿਮਖ ਵੀ ਮੇਰੇ ਹਿਰਦੇ ਤੋਂ ਭੁੱਲੋ ਨਾ। ਇੱਕ ਨਿਮਖ ਜਿੰਨਾ ਸਮਾਂ, ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ ਕਿੰਨਾ ਕੁ ਸਮਾਂ, ਇੰਨਾ ਸਮਾਂ ਵੀ ਮੈਨੂੰ ਭੁੱਲੋ ਨਾ। ਇੰਨਾ ਸਮਾਂ ਵੀ ਮੈਂ ਤੁਹਾਨੂੰ ਭੁੱਲ ਨਾ ਸਕਾਂ। ਮੇਰੇ ਤੇ ਬਖਸ਼ਿਸ਼ ਇਹੋ ਜਿਹੀ ਕਰੋ ਵੀ ਮੈਂ ਜਪਦਾ ਰਵਾਂ ਹਰ ਵੇਲੇ। ਸਾਸ ਸਾਸ ਸਿਮਰੋ ਗੋਬਿੰਦ। ਸਤਿਗੁਰੂ ਜੀ ਬਚਨ ਕਰਦੇ, ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੇਰੇ ਹਿਰਦੇ ਵਿੱਚੋਂ ਤੇਰਾ ਨਾਮ ਇੱਕ ਨਿਮਖ ਮਾਤਰ ਵੀ ਸਮਾਂ ਭੁੱਲੇ ਨਾ। ਇਹ ਮੈਨੂੰ ਦਾਤ ਦੇ, ਇਹ ਮੇਰੇ ਤੇ ਕਿਰਪਾ ਕਰ। ਬਿਸਰਤ ਜਾਈ ਹਾਉ ਮਰਤ। ਜੇ ਤੂੰ ਕਿਤੇ ਭੁੱਲ ਗਿਆ ਨਾ ਇੱਕ ਨਿਮਖ ਸਮਾਂ ਜਿੰਨਾ ਸਮਾਂ, ਤੇ ਮੇਰਾ ਤੇ ਮਰਨਾ ਹੋ ਜਾਏਗਾ। ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਨਾ ਵੀ ਜੇ ਆਹ ਕੰਮ ਨਾ ਹੁੰਦਾ ਜਾਂ ਫਲਾਣਿਆ ਤੂੰ ਆਹ ਕੰਮ ਨਾ ਕਰਦਾ, ਮੇਰਾ ਤੇ ਮਰਨਾ ਹੋ ਜਾਣਾ ਸੀ, ਮੈਂ ਦੁਨੀਆ ਨੂੰ ਮੂੰਹ ਵਿਖਾਉਣ ਜੋਗਾ ਨਾ ਰਹਿ ਜਾਂਦਾ। ਤੇ ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੀ ਇੰਨੀ ਅਵਸਥਾ ਬਣੀ ਹੈ ਨਾ ਵੀ ਨਿਮਖ ਮਾਤਰ ਸਮਾਂ ਵੀ ਉਹਦੇ ਨਾਮ ਨੂੰ ਜਪਦੇ ਨੇ, ਉਹ ਬੇਨਤੀ ਵੀ ਇਹੋ ਹੀ ਕਰਦੇ ਨੇ, ਪਰਮਾਤਮਾ ਜੇ ਕਿਤੇ ਇੱਕ ਨਿਮਖ ਸਮਾਂ ਭੁੱਲ ਵੀ ਗਿਆ, ਅਸੀਂ ਤੇ ਉਹ ਸਮਾਂ ਸਮਝ ਲਾਂਗੇ ਵੀ ਸਾਡਾ ਮਰਨਾ ਹੋ ਗਿਆ ਹੈ। ਸਾਨੂੰ ਇੰਨਾ ਸਮਾਂ ਵੀ ਆਪਣੇ ਨਾਮ ਦੇ ਨਾਲੋਂ ਭੁੱਲਣ ਨਾ ਦਿਓ। ਐਸੀ ਬਖਸ਼ਿਸ਼ ਸਾਡੇ ਤੇ ਕਰੋ। ਸੁਖਦਾਈ ਪੂਰਨ ਪ੍ਰਭ ਕਰਤਾ, ਮੇਰੀ ਬਹੁਤ ਇਆਨਪ ਜਰਤ। ਗੁਰੂ ਜੀ ਸੁਖ ਦਾਤੇ ਨੇ, ਸੁੱਖਾਂ ਨੂੰ ਦੇਣ ਵਾਲੇ। ਸੁਖ ਤੇਰਾ ਦਿੱਤਾ ਲਹੀਏ, ਉਹਦਾ ਦਿੱਤਾ ਆਪਾਂ ਸੁਖ ਲੈਂਦੇ ਆ। ਸਤਿਗੁਰੂ ਫਰਮਾਉਂਦੇ ਨੇ, ਕਹਿਣ ਲੱਗੇ, ਸੁਖਦਾਈ ਪੂਰਨ ਪ੍ਰਭ ਕਰਤਾ। ਅਕਾਲ ਪੁਰਖ ਜੀ ਸਾਰਿਆਂ ਥਾਵਾਂ ਤੇ ਪਰਿਪੂਰਨ ਨੇ ਅਤੇ ਸੁਖ ਦੇਣ ਵਾਲੇ ਨੇ। ਮੇਰੀ ਕਈ ਇਆਨਪ ਜਰਤ। ਇਆਨਪ ਤੋਂ ਭਾਵ ਹੁੰਦਾ ਅਗਿਆਨਤਾਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੇਸਮਝੀ। ਮੇਰੇ ਵਿੱਚ ਬੜੀਆਂ ਬੇਸਮਝੀਆਂ ਨੇ, ਮੇਰੇ ਵਿੱਚ ਬਹੁਤੀ ਸਿਆਣਪ ਨਹੀਂ ਹੈ, ਮੇਰੇ ਵਿੱਚ ਅਗਿਆਨਤਾਈ ਹੈ। ਪਰ ਪਰਮਾਤਮਾ ਮੇਰੀ ਅਗਿਆਨਤਾਈ ਨੂੰ ਹਰ ਵੇਲੇ ਜਰਦਾ ਹੈ। ਬੱਚਾ ਇੱਕ ਵਾਰੀ ਗਲਤੀ ਕਰਦਾ ਨਾ ਅਗਿਆਨਤਾ ਵਿੱਚ, ਬੇਸਮਝੀ ਵਿੱਚ, ਤੇ ਮਾਂ-ਬਾਪ ਝਿੜਕ ਕੇ ਸਮਝਾਉਂਦਾ। ਦੂਜੀ ਵਾਰੀ ਗਲਤੀ ਕਰਦਾ, ਹੋਰ ਡਾਢੀ ਝਿੜਕ ਪੈਂਦੀ ਹੈ। ਪਰ ਜੇ ਤੀਜੀ ਵਾਰੀ ਵੀ ਉਹੀ ਕੰਮ ਕਰੇ ਤੇ ਫਿਰ ਚਪੇੜ ਪੈਂਦੀ ਆ ਕੇ। ਹਾਲੇ ਕਿ ਮਾਂ ਨੇ ਬੱਚੇ ਨੂੰ ਜਣਿਆ ਹੈ, ਜਨਮ ਦਿੱਤਾ ਹੈ, ਬਾਪ ਨੇ ਉਸ ਬੱਚੇ ਨੂੰ ਪਾਲਿਆ ਹੈ, ਪਰ ਫਿਰ ਵੀ ਜੇ ਵਾਰ-ਵਾਰ ਉਹ ਗਲਤੀ ਕਰਦਾ ਤੇ ਉਹ ਗੁੱਸੇ ਵਿੱਚ ਆ ਕੇ ਸਜ਼ਾ ਦਿੰਦੇ ਨੇ। ਪਰ ਭਾਈ ਪਿਆਰਿਆ, ਇਹ ਸੋਚ ਵੀ ਪਰਮਾਤਮਾ ਕਿੱਡਾ ਵੱਡਾ ਤੇ ਕਿੱਡਾ ਸਮਰੱਥ ਹੈ। ਤੂੰ ਵਾਰ-ਵਾਰ ਗਲਤੀਆਂ ਕਰਦਾ, ਫਿਰ ਵੀ ਉਹ ਜਰ ਲੈਂਦਾ, ਕੋਈ ਗੱਲ ਨਹੀਂ, ਅਗਲੀ ਵਾਰੀ ਸਮਝ ਆਏਗਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ, ਮੇਰੀ ਬਹੁਤ ਇਆਨਪ ਜਰਤ, ਮੇਰਾ ਅਣਜਾਣਪੁਣਾ, ਮੇਰੀ ਅਗਿਆਨਤਾਈ, ਮੇਰੀ ਬੇਸਮਝੀ, ਵਾਰ-ਵਾਰ ਮੈਂ ਗਲਤੀਆਂ ਤੇ ਗੁਨਾਹ ਕਰਦਾ, ਪਰ ਪਰਮਾਤਮਾ ਸਾਰੇ ਮੇਰੇ ਜਰ ਲੈਂਦਾ ਹੈ, ਮੈਨੂੰ ਮਾਫ ਕਰ ਦਿੰਦਾ ਹੈ। ਨਿਰਗੁਣ ਕਰੂਪ ਕੁਲ ਹੀ ਨਾਨਕ ਹੋ,
ਆਨੰਦ ਰੂਪ ਸੁਆਮੀ ਭਰਤ। ਬਖਸ਼ਿਸ਼ ਕਰਦੇ ਮੈਂ ਹਾਂ ਨਿਰਗੁਣ। ਜਦੋਂ ਬੇਨਤੀ ਕਰਦਾ ਹੈ ਨਾ, ਉਦੋਂ ਬੇਨਤੀ ਕਰ ਵੀ ਮੈਂ ਸਤਿਗੁਰੂ ਜੀ ਨਿਰਗੁਣਾ ਹਾਂ, ਮੇਰੇ ਵਿੱਚ ਤੇ ਗੁਣ ਹੀ ਕੋਈ ਨਹੀਂ ਹੈ। ਗੁਣਾਂ ਤੋਂ ਖਾਲੀ ਹਾਂ ਤੇ ਗੁਣ ਲੈਣ ਵਾਸਤੇ ਆਇਆ। ਨਿਰਗੁਣ ਹਾਂ, ਕਰੂਪ ਤੋਂ ਭਾਵ ਹੈ ਵੀ ਸਫਾਈ ਰੂਪੀ ਰੂਪ ਤੋਂ ਵੀ ਰਹਿਤ ਆ। ਮੇਰੇ ਕੋਲ ਚੰਗੀ ਸਫਾਈ ਨਹੀਂ ਹੈ, ਮੈਂ ਆਪਣੇ ਸਰੀਰ ਨੂੰ ਸਾਫ਼ ਨਹੀਂ ਰੱਖ ਸਕਦਾ, ਮੈਂ ਇਸ਼ਨਾਨ ਪਾਣ ਤੋਂ ਬੜਾ ਦੂਰ ਹੋ ਚੁੱਕਿਆ ਹਾਂ। ਤੇ ਪਾਤਸ਼ਾਹ ਜੀ ਅਗਲਾ ਬਚਨ ਕਰਦੇ, ਕੁਲਹੀਨ, ਮੈਂ ਕੁਲ ਤੋਂ ਵੀ ਹੀਣਾ ਹਾਂ, ਮੇਰੇ ਕੋਲ ਚੰਗੀ ਕੁਲ ਵੀ ਨਹੀਂ ਹੈ, ਸ਼ੁਭ ਗੁਣਾਂ ਨੂੰ ਜਪਣ ਵਾਲੀ। ਤੇ ਸਤਿਗੁਰੂ ਜੀ ਤੁਸੀਂ ਉਹ ਆਨੰਦ ਸਰੂਪ, ਤੇ ਮੇਰੇ ਤੇ ਕਿਰਪਾ ਕਰੋ। ਭਰਤ ਨਾਮ ਹੈ ਪਤੀ ਦਾ, ਐ ਪਤੀ ਪਰਮਾਤਮਾ ਤੁਸੀਂ ਆਨੰਦ ਸਰੂਪ ਹੋ, ਮੈਨੂੰ ਸੁੱਖਾਂ ਦੀ ਦਾਤ ਦਿਓ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਭਰਤ ਨਾਮ ਹੈ ਭਰਨ ਦਾ, ਤੁਸੀਂ ਸਾਰਿਆਂ ਦੇ ਪੇਟ ਭਰਦੇ ਹੋ, ਸਾਰਿਆਂ ਨੂੰ ਰੋਜੀ ਰੋਟੀ ਦਿੰਦੇ ਹੋ। ਭਾਵੇਂ ਕੀੜੇ ਮਕੌੜੇ ਤੇ ਪਸ਼ੂ ਪੰਛੀ ਨੇ, ਸਾਰਿਆਂ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਮੈਨੂੰ ਸੁੱਖਾਂ ਦੀ ਦਾਤ ਦੇਣਾ ਕਰ। ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦੋ। ਮੇਰਿਆ ਮਨਾ ਪਰਮਾਤਮਾ ਦੀ ਕੀਰਤ ਸਦਾ ਹੀ ਕਰਿਆ ਕਰ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਐ ਮੇਰੀ ਜ਼ੁਬਾਨ ਪਰਮਾਤਮਾ ਦੀ ਕੀਰਤੀ ਕਰ, ਵਡਿਆਈ ਕਰ। ਗਾਵਤ ਸੁਨਤ ਜਪਤ ਉਧਾਰਾ ਵਰਨ ਵਰਨਾ ਸਭ ਹੋ। ਜਿਹੜਾ ਪਰਮਾਤਮਾ ਐਸਾ ਹੈ, ਵਰਨ ਨਾਮ ਹੈ ਚੰਗੀ ਕੁਲ ਦਾ। ਇੱਕ ਮੰਨੂ ਨਾਮ ਦੀ ਸਿਮਰਤੀ ਹੈ, ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਹੋਇਆ ਵੀ ਆਹ ਵਰਨ ਚੰਗਾ, ਆਹ ਵਰਨ ਮਾੜਾ, ਵਰਨਾਂ ਦੀ ਵੰਡ ਕੀਤੀ ਗਈ ਹੈ। ਤੇ ਜਿਹੜੇ ਵਰਨ ਚੰਗੇ ਲਿਖੇ ਨੇ ਉਹਨਾਂ ਵਿੱਚ ਜਿਹੜੇ ਜਨਮ ਲੈਣ ਵਾਲੇ ਨੇ, ਚੰਗਾ ਵਰਨ ਕਿਹੜਾ ਲਿਖਿਆ? ਬ੍ਰਾਹਮਣ ਦਾ, ਖੱਤਰੀ ਦਾ। ਤੇ ਮਾੜਾ ਵਰਨ ਲਿਖਿਆ ਵੈਸ ਦਾ ਤੇ ਸ਼ੂਦਰ ਦਾ। ਮਨੂ ਸਿਮਰਤੀ ਦੀ ਵੰਡ ਹੈ। ਮਹਾਰਾਜ ਕਹਿਣ ਲੱਗੇ ਵਰਨ ਅਵਰਨਾ ਜਿਹੜਾ ਹੈ ਉੱਚੀ ਕੁੱਲ ਵਿੱਚ ਪੈਦਾ ਹੋਇਆ, ਬ੍ਰਾਹਮਣ ਤੇ ਭਾਵੇਂ ਖੱਤਰੀ ਹੈ, ਤੇ ਅਵਰਨਾ ਜਿਹੜਾ ਨੀਵੀਂ ਕੁੱਲ ਵਿੱਚ ਪੈਦਾ ਹੋਇਆ, ਭਾਵੇਂ ਚੰਗੀ ਕੁੱਲ ਵਿੱਚ ਜਨਮਿਆ ਭਾਵੇਂ ਮਾੜੀ ਕੁੱਲ ਵਿੱਚ ਜਨਮਿਆ। ਪਾਤਸ਼ਾਹ ਕਹਿਣ ਲੱਗੇ ਗਾਵਤ ਸੁਨਤ ਜਪਤ, ਜਿਹਨੇ ਤੇਰੇ ਨਾਮ ਨੂੰ ਗਾਇਆ। ਇੱਥੇ ਇਹ ਨਹੀਂ ਵੇਖਿਆ ਜਾਣਾ ਵੀ ਇਹ ਬ੍ਰਾਹਮਣ ਹੈ ਜਾਂ ਇਹ ਨੀਵੀਂ ਜਾਤ ਦਾ, ਨਹੀਂ, ਜਿਹਨੇ ਤੈਨੂੰ ਗਾਇਆ ਹੈ, ਉਹ ਜਾਤ ਕੋਈ ਵੀ ਹੋਵੇ। ਗਾਵਤ ਤੇ ਦੂਜਾ ਬਚਨ ਮਹਾਰਾਜ ਨੇ ਲਿਖਿਆ ਸੁਨਤ, ਜਿਹਨੇ ਤੇਰੇ ਨਾਮ ਨੂੰ ਸੁਣਿਆ ਹੈ। ਜਾਤ ਦੀ ਇੱਥੇ ਵੀ ਕੋਈ ਗੱਲ ਨਹੀਂ ਹੈ, ਕਿਸੇ ਨੇ ਵੀ ਤੇਰੇ ਨਾਮ ਨੂੰ ਸੁਣ ਲਿਆ ਹੈ। ਤੇ ਤੀਜਾ ਬਚਨ ਮਹਾਰਾਜ ਕਹਿੰਦੇ ਜਪਤ, ਜਿਹਨੇ ਜਪਿਆ ਹੈ। ਜਪਣ ਦੇ ਵਿੱਚ ਤੇ ਗਾਉਣ ਦੇ ਵਿੱਚ ਫਰਕ ਹੈ। ਗਾਇਆ ਜਾਂਦਾ ਉੱਚੀ ਆਵਾਜ਼ ਦੇ ਵਿੱਚ, ਜਿਵੇਂ ਰਾਗੀ ਸਿੰਘ ਸ਼ਬਦ ਗਾਇਨ ਕਰਦੇ ਨੇ, ਤੇ ਜਪਿਆ ਜਾਂਦਾ ਇੱਕੇ ਗੱਲ ਨੂੰ ਵਾਰ-ਵਾਰ ਕਹਿਣਾ। ਜਿਵੇਂ ਆਪਾਂ ਆਖਦੇ ਹਾਂ ਵਾਹਿਗੁਰੂ 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 ਵਾਹਿਗੁਰੂ, ਇਹ ਹੈ ਜਪਨ ਕਰਨਾ। ਜਪਨ ਤੋਂ ਭਾਵ ਹੁੰਦਾ ਇੱਕ ਸ਼ਬਦ ਨੂੰ ਵਾਰ-ਵਾਰ ਕਹਿਣਾ। ਜਾਪ ਜਿਹਨੂੰ ਆਪਾਂ ਆਖਦੇ ਜਾਪ ਕਰਨਾ। ਸਤਿਗੁਰੂ ਜੀ ਜਿਨ੍ਹਾਂ ਨੇ ਤੇਰੇ ਨਾਮ ਨੂੰ ਗਾਇਆ ਉੱਚੀ ਆਵਾਜ਼ ਦੇ ਵਿੱਚ ਸਾਜ਼ਾਂ ਦੇ ਨਾਲ, ਜਿਹੜੇ ਤੈਨੂੰ ਗਾਉਂਦੇ ਪਏ, ਜਾਤ ਪਾਤ ਦੀ ਗੱਲ ਕੋਈ ਨਹੀਂ ਹੈ, ਉਹ ਵੀ ਮੁਕਤ ਨੇ। ਜਿਨ੍ਹਾਂ ਨੇ ਤੇਰੇ ਨਾਮ ਨੂੰ ਕੰਨਾਂ ਵਿੱਚ ਸੁਣਿਆ ਬੈਠ ਕੇ ਗੁਰਮੁਖਾਂ ਦੇ ਕੋਲੋਂ, ਉਹ ਵੀ ਮੁਕਤ ਨੇ। ਜਿਨ੍ਹਾਂ ਨੇ ਤੇਰੇ ਨਾਮ ਨੂੰ ਇੱਕ ਇੱਕ ਵਾਰ ਨੂੰ ਕਈ ਵਾਰੀ ਜਪਿਆ ਵਾਹਿਗੁਰੂ ਵਾਹਿਗੁਰੂ ਕਹਿ ਕੇ, ਉਹ ਸਾਰੇ ਦੇ ਸਾਰੇ ਤੁਸੀਂ ਉਧਾਰ ਦਿੱਤੇ, ਸਫਲੇ ਕਰ ਦਿੱਤੇ, ਮੁਕਤ ਕਰ ਦਿੱਤੇ ਹਨ। ਰਹਾਉ ਜਾਤੇ ਉਪਜਿਓ ਤਹੀਂ ਸਮਾਇਓ, ਇਹ ਬਿਦ ਜਾਨੀ ਤਬ ਹੋ। ਅਗਲੀ ਪੰਕਤੀ ਪੜੋ। ਜਹਾਂ ਜਹਾਂ ਇਹ ਦੇਹੀ ਧਾਰੀ, ਰਹਿਣ ਨਾ ਪਾਇਓ ਕਬ ਹੋ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜਿੱਥੇ ਜਿੱਥੇ ਵੀ ਸਰੀਰ ਲੈ ਕੇ ਗਏ ਆ, ਜਹਾਂ ਜਹਾਂ ਇਹ ਦੇਹੀ ਧਾਰੀ, ਮਨੁੱਖਾ ਜਨਮ ਮਿਲਿਆ, ਇਸ ਪਿੰਡ ਵਿੱਚ ਆ ਗਏ, ਇਸ ਇਲਾਕੇ ਵਿੱਚ ਆ ਗਏ, ਇਸ ਦੇਸ਼ ਵਿੱਚ ਆ ਗਏ। ਹੋਰ ਕੋਈ ਜਨਮ ਮਿਲੇਗਾ ਕਿਸੇ ਹੋਰ ਦੇਸ਼ ਵਿੱਚ ਪਹੁੰਚ ਜਾਵਾਂਗੇ, ਹੋਰ ਇਲਾਕੇ ਵਿੱਚ ਪਹੁੰਚ ਜਾਵਾਂਗੇ। ਜਹਾਂ ਜਹਾਂ ਇਹ ਦੇਹੀ ਧਾਰੀ, ਸਰੀਰ ਸਾਨੂੰ ਕਿਤੇ ਵੀ ਮਿਲਿਆ ਹੋਵੇ ਔਰ ਕਿਹੜਾ ਵੀ ਮਿਲਿਆ ਹੋਵੇ, ਗਿਣਤੀ ਕੋਈ ਨਹੀਂ ਹੈ ਵੀ ਹਰ ਵਾਲੀ ਮਨੁੱਖੀ ਬਣਨਾ। ਹੋ ਸਕਦਾ ਪਸ਼ੂ ਪੰਛੀ ਬਣੇ ਹੋਵਾਂਗੇ, ਕਿਹੜੇ ਕਿਹੜੇ ਦੇਸ਼ਾਂ ਦੇ ਬਣੇ ਹੋਵਾਂਗੇ, ਪਤਾ ਕੋਈ ਨਹੀਂ ਹੈ। ਪਰ ਜਿੱਥੇ ਜਿੱਥੇ ਵੀ ਸਰੀਰ ਲੈ ਕੇ ਜਨਮੇ ਹਾਂ,
ਰਹਿਣ ਨਾ ਪਾਏ ਤਬ ਹੂੰ, ਉੱਥੇ ਉੱਥੇ ਰਹਿਣਾ ਨਹੀਂ ਮਿਲਿਆ, ਮੌਤ ਉੱਥੇ ਵੀ ਆਈ ਹੈ। ਜੇ ਇੱਥੇ ਜਨਮੇ ਆ ਤੇ ਮੌਤ ਇੱਥੇ ਆਉਂਦੀ ਪਈ ਹੈ, ਵਿਦੇਸ਼ ਵਿੱਚ ਵੀ ਜਨਮ ਮਿਲਿਆ, ਮੌਤ ਉੱਥੇ ਵੀ ਆਉਣੀ ਹੈ। ਪਸ਼ੂ ਬਣਿਆ ਮੌਤ ਤਾਂ ਵੀ ਹੈ, ਪੰਛੀ ਬਣਿਆ ਮੌਤ ਤਾਂ ਵੀ ਹੈ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ, ਬਚਨ ਇਹ ਹੈ ਜਿੱਥੇ ਜਿੱਥੇ ਵੀ ਸਰੀਰ ਮਿਲਿਆ ਹੈ ਉੱਥੇ ਉੱਥੇ ਮੌਤ ਆਈ ਹੈ। ਇਹ ਵਿਦ ਜਾਨੀ ਜਬ ਹੂੰ, ਜਦੋਂ ਇਹ ਮਨ ਵਿੱਚ ਵਿਧੀ ਚੇਤੇ ਆ ਗਈ ਨਾ, ਖਿਆਲ ਆ ਗਿਆ ਵੀ ਬੰਦਿਆ ਮੈਂ ਜਿੱਥੇ ਮਰਜ਼ੀ ਭੱਜ ਲਵਾਂ ਮਨਾ, ਸਰੀਰ ਜਿਹੜਾ ਮਰਜ਼ੀ ਮਿਲੇ ਮੈਨੂੰ ਮੌਤ ਆ ਜਾਣੀ ਹੈ। ਜਦੋਂ ਇਹ ਗੱਲ ਸਮਝ ਆ ਗਈ ਤੇ ਫਿਰ ਉਸ ਵੇਲੇ ਕੀ ਹੋਇਆ, ਜਹ ਤੇ ਉਪਜਿਓ ਤਹੀਂ ਸਮਾਇਓ। ਜਿਸ ਪ੍ਰਮਾਤਮਾ ਦੇ ਨਾਲੋਂ ਟੁੱਟ ਕੇ ਸੰਸਾਰ ਵਿੱਚ ਆਇਆ ਸੀ, ਉਸ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਮੈਂ ਉਹਦੇ ਵਿੱਚ ਸਮਾ ਗਿਆ, ਲੀਨ ਹੋ ਗਿਆ। ਪਰ ਲੀਨ ਉਦੋਂ ਹੋਇਆ ਜਦੋਂ ਇਹ ਸਮਝ ਆ ਗਈ ਵੀ ਮੈਂ ਜਨਮ ਜਿੱਥੇ ਮਰਜ਼ੀ ਲਵਾਂ, ਜਿਹੜੀ ਮਰਜ਼ੀ ਜੂਨ ਵਿੱਚ ਲੈ ਲਵਾਂ, ਮੌਤ ਮੈਨੂੰ ਉੱਥੇ ਵੀ ਆਉਣੀ ਹੈ। ਇਹ ਗੱਲ ਜਾਣ ਕੇ ਫਿਰ ਮੈਂ ਪਰਮਾਤਮਾ ਦਾ ਸ਼ੁਕਰ ਤੇ ਸਿਮਰਨ ਕੀਤਾ, ਇਸ ਕਰਕੇ ਮੈਨੂੰ ਮੁਕਤੀ ਮਿਲੀ ਹੈ। ਸੁਖ ਆਇਓ ਭੈ ਭਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੋ। ਸਤਿਗੁਰੂ ਜੀ ਕਿਰਪਾਲੂ ਹੁੰਦੇ ਨੇ, ਮਿਹਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਦਇਆ ਦੇ ਘਰ ਵਿੱਚ ਆਉਂਦੇ, ਉਸ ਵੇਲੇ ਭੈ ਭਰਮ ਬਿਨਾਸੇ, ਡਰ ਤੇ ਭਰਮ ਗੁਰੂ ਨੇ ਦੂਰ ਕਰਕੇ ਤੇ ਫਿਰ ਸੁੱਖਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਾਜ ਲਭੂ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਲੱਭ ਛੱਡਿਆ, ਲੱਭ ਨਾਮ ਹੈ ਲੋਭ ਦਾ, ਸੰਗਤ ਵਿੱਚ ਬੈਠ ਕੇ ਜਿਨ੍ਹਾਂ ਨੇ ਲੋਭ ਨੂੰ ਦੂਰ ਕੀਤਾ ਹੈ, ਤੇ ਹੂੰ ਨਾਮ ਹੰਕਾਰ ਦਾ, ਲੱਭ ਹੂੰ ਕਹਿੰਦੇ ਹੰਕਾਰ। ਕਈ ਵਾਰੀ ਸੰਗਤ ਵਿੱਚ ਬੈਠ ਕੇ ਵੀ ਅਸੀਂ ਹੰਕਾਰ ਕਰਦੇ ਵੀ ਮੈਂ ਵੱਡਾ, ਮੈਂ ਕਰਤਾ, ਮੈਂ ਬਹੁਤਾ ਦਾਨ ਕਰਨ ਵਾਲਾ, ਇਹ ਕੁਰਸੀ ਮੇਰੀ ਹੈ, ਇੱਥੇ ਮੈਂ ਬੈਠਾਂਗਾ, ਇਹ ਮਾਣ ਸਨਮਾਨ ਮੈਨੂੰ ਮਿਲੇਗਾ, ਇਹ ਹੈ ਹੂੰ ਹੰਕਾਰ। ਸੰਗਤ ਵਿੱਚ ਆ ਕੇ ਵੀ ਨਹੀਂ ਛੁੱਟਦਾ ਹੈ, ਸੰਗਤ ਵਿੱਚ ਆ ਕੇ ਲੱਭ ਲੋਭ ਵੀ ਨਹੀਂ ਛੁੱਟਦਾ ਹੈ। ਅਸੀਂ ਤੇ ਸੰਗਤ ਵਿੱਚ ਆ ਕੇ, ਗੁਰੂ ਦੇ ਕੋਲ ਆ ਕੇ, ਗੁਰੂ ਦੇ ਦਰ 'ਤੇ ਆ ਕੇ ਵੀ ਇੱਥੇ ਆ ਕੇ ਲੜਾਈ ਤੇ ਝਗੜਾ ਕਰਦੇ, ਮੈਨੂੰ ਪ੍ਰਸ਼ਾਦ ਥੋੜ੍ਹਾ ਮਿਲਿਆ, ਬਹੁਤਾ ਕਿਉਂ ਨਹੀਂ ਮਿਲਿਆ, ਲੱਭ ਤੇ ਸੰਗਤ ਵਿੱਚ ਵੀ ਨਹੀਂ ਛੱਡਿਆ। ਮੈਂ ਪੰਗਤ ਸੰਗਤ ਵਿੱਚ ਬੈਠਾ ਭੋਜਨ ਛਕਦਾ ਪਿਆ, ਮੈਨੂੰ ਫਲਾਣੀ ਚੀਜ਼ ਥੋੜ੍ਹੀ ਮਿਲੀ ਹੈ ਤੇ ਦੂਜੇ ਨੂੰ ਜ਼ਿਆਦਾ ਮਿਲੀ ਹੈ। ਸੰਗਤ ਵਿੱਚ ਆ ਕੇ ਵੀ ਸਾਡੀ ਇਹ ਬਿਰਤੀ ਛੁੱਟਦੀ ਨਹੀਂ ਹੈ, ਸੰਗਤ ਵਿੱਚ ਆ ਕੇ ਵੀ ਅਸੀਂ ਇਹ ਗੱਲਾਂ ਕਰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿੰਨਾ ਚਿਰ ਲੱਭ ਹੂੰ, ਲੱਭ ਤੇ ਹੂੰ ਹੰਕਾਰ ਨੂੰ ਨਹੀਂ ਨਾ ਭਾਈ ਪਿਆਰਿਆ ਛੱਡਦਾ, ਉਹਨਾਂ ਚਿਰ ਗੱਲ ਕੋਈ ਨਹੀਂ ਉਹ ਬੰਨੀ। ਜਦੋਂ ਛੱਡ ਦੇਵੇਂਗਾ, ਨਾਨਕ ਮੇਰੇ ਪੂਰੇ ਮਨੋਰਥ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਫਿਰ ਤੇਰੇ ਮਨ ਦੇ ਮਨੋਰਥ ਪੂਰੇ ਹੋਣਗੇ। ਮਨ ਦੀਆਂ ਇਛਾਵਾਂ ਉਦੋਂ ਪੂਰੀਆਂ ਹੋਣਗੀਆਂ ਜਦੋਂ ਸੰਗਤ ਵਿੱਚ ਆ ਕੇ ਇਸ ਅਵਗੁਣ ਨੂੰ ਦੂਰ ਕਰੇਗਾ। ਦੇਵ ਗੰਧਾਰੀ ਮਨ ਜੋ ਆਪਣੇ ਪ੍ਰਭ ਭਾਵੋ। ਇਹ ਮਨਾ ਤੂੰ ਕਰਮ ਇਹੋ ਜਿਹਾ ਕਰ, ਤੇਰੇ ਚੰਗੇ ਕਰਮ ਵੇਖ ਕੇ ਪ੍ਰਮਾਤਮਾ ਨੂੰ ਭਾ ਜਾਵੇਂ, ਚੰਗਾ ਲੱਗੇ। ਨੀਚੋ ਨੀਚ ਨੀਚ ਆਤਨਾ ਨਾ ਹੋਏ ਗਰੀਬ ਬੁਲਾਵੋ। ਆਪਣੇ ਆਪ ਨੂੰ ਜਿਹੜੇ ਨੀਚਾਂ ਤੋਂ ਨੀਚ ਨੇ ਨਾ, ਨੀਵਿਆਂ ਤੋਂ ਨੀਵੇਂ, ਉਹਨਾਂ ਤੋਂ ਵੀ ਆਪਣੇ ਆਪ ਨੂੰ ਨੀਚ ਨੀਵਾਂ ਸਮਝ, ਤੇ ਨੀਚ ਇਹੋ ਜਿਹਾ ਸਮਝ ਕੇ ਨਾਨਾ ਤੋਂ ਭਾਵ ਹੁੰਦਾ ਬਿਲਕੁਲ ਛੋਟਾ ਜਿਹਾ ਆਪਣੇ ਆਪ ਨੂੰ ਬੁਲਾਉਣਾ ਕਰ, ਸਦਾਉਣਾ ਕਰ ਵੀ ਮੈਂ ਨਹੀਂ ਹਾਂ ਕੁਝ ਵੀ, ਇਹ ਅਵਸਥਾ ਨੂੰ ਬਣਾਉਣਾ ਕਰ। ਰਹਾਓ ਅਨੇਕ ਅਡੰਬਰ ਮਾਇਆ ਕੇ ਬਿਰਥੇ, ਤਾਂ ਸਿਓ ਪ੍ਰੀਤ ਘਟਾਵੋ। ਜਿਹੜੇ ਮਾਇਆ ਦੇ ਅਡੰਬਰ ਨੇ ਨਾ, ਅਡੰਬਰ ਦਾ ਭਾਵ ਹੁੰਦਾ ਬਨਾਵਟ, ਮਾਇਆ ਦੀ ਜਿਹੜੀ ਬਨਾਵਟ ਹੈ ਨਾ, ਇਹ ਮਹਾਰਾਜ ਕਹਿੰਦੇ ਝੂਠੀ ਹੈ। ਸਵੇਰ ਤੋਂ ਸ਼ਾਮ ਤੱਕ ਭਜਦਾ ਵੀ ਮੈਂ ਬਿਜ਼ਨਸ ਕਰਦਾ, ਮੇਰਾ ਬਿਜ਼ਨਸ ਵੱਧ ਜਾਵੇ, ਮੈਂ ਦੁਕਾਨਦਾਰੀ ਕਰਦਾ, ਮੇਰੀ ਹੋਰ ਵੱਧ ਜਾਵੇ, ਮੈਂ ਕਿਸਾਨੀ ਕਰਦਾ, ਖੇਤੀ ਕਰਦਾ, ਮੇਰੀ ਹੋਰ ਵੱਧ ਜਾਵੇ, ਦਿਨ ਪ੍ਰਤੀ ਦਿਨੇ ਜ਼ਿਆਦਾ ਮਿਹਨਤ ਕਰਦਾ, ਜਿੰਨੀ ਕੱਲ੍ਹ ਕੀਤੀ ਅੱਜ ਵੱਧ ਕਰਾਂਗਾ, ਜਿੰਨੀ ਕੱਲ੍ਹ ਇਕੱਠੀ ਕੀਤੀ ਅੱਜ ਵੱਧ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਨਕ ਅਡੰਬਰ ਮਾਇਆ ਕੇ ਬਿਰਥੇ। ਇਹ ਮਾਇਆ ਦੇ ਕਰਦਾ ਪਿਆ ਜਿਹੜੇ ਪ੍ਰਯੋਜਨ ਇਕੱਠੇ ਕਰਨ ਦੇ ਸਾਰੇ ਵਿਅਰਥ ਨੇ, ਜਿਹਦੇ ਵਾਸਤੇ ਭੱਜਾ ਫਿਰਦਾ ਉਹਨੇ ਨਾਲ ਨਹੀਂ ਹੋ ਜਾਣਾ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ, ਭਾਈ ਤਾਸਿਓ ਪ੍ਰੀਤ ਘਟਾਵੋ, ਪ੍ਰੀਤੀ ਘੱਟ ਕਰ। ਜਿੰਨੀ ਜ਼ਿਆਦਾ ਜੋੜੇਗਾ, ਜਿੰਨਾ ਜ਼ਿਆਦਾ ਧਿਆਨ ਲਾਵੇਂਗਾ, ਉਨੀ ਛੱਡਣੀ ਬਾਅਦ ਵਿੱਚ ਔਖੀ ਹੋ ਜਾਣੀ ਹੈ।
ਸੰਸਾਰ ਦੇ ਵੱਲ, ਪਰਿਵਾਰ ਦੇ ਵੱਲ, ਮਾਇਆ ਦੇ ਵੱਲ ਜਿੰਨਾ ਧਿਆਨ ਵੱਧ ਜੋੜੇਗਾ ਉਨਾ ਛੱਡਣਾ ਔਖਾ ਹੋਵੇਗਾ ਬਾਅਦ ਵਿੱਚ। ਤੇ ਕਈ ਇੰਨਾ ਪ੍ਰੇਮ ਜੋੜ ਲੈਂਦੇ, ਜਦੋਂ ਮਾਇਆ ਚਲੇ ਜਾਂਦੀ ਉਹ ਅਟੈਕ ਨਾਲ ਮਰ ਜਾਂਦੇ, ਕੋਮਾ ਵਿੱਚ ਚਲੇ ਜਾਂਦੇ, ਕਈ ਤਰ੍ਹਾਂ ਦੀਆਂ ਬਿਪਤਾ ਉਹਨਾਂ ਨੂੰ ਪੈ ਜਾਂਦੀਆਂ। ਮਹਾਰਾਜ ਕਹਿਣ ਲੱਗੇ ਇੰਨਾ ਵੀ ਨਾ ਜੁੜ ਪਦਾਰਥਾਂ ਦੇ ਨਾਲ ਵੀ ਬਾਅਦ ਵਿੱਚ ਤੈਨੂੰ ਛੱਡਣਾ ਔਖਾ ਹੋ ਜਾਵੇ। ਜਿਉ ਆਪਣੋ ਸੁਆਮੀ ਸੁਖ ਮਾਨੈ ਤਾਂ ਮੈਂ ਸੋਭਾ ਪਾਵੋ। ਤੇਰਾ ਸੁਆਮੀ ਮਾਲਕ ਤੇਰੇ ਉੱਪਰ ਬਖਸ਼ਿਸ਼ ਕਰੇ, ਤੇਰੀ ਸ਼ੋਭਾ ਹੋਵੇ, ਇਹੋ ਜਿਹਾ ਕਰਮਾਂ ਨੂੰ ਕਰਨਾ ਕਰੋ। ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ। ਆਪ ਨੂੰ ਦਾਸਾਂ ਦਾ ਦਾਸ ਜਾਣ ਕੇ ਤੇ ਜਿਹੜੇ ਭਗਤ ਗੁਰਮੁਖ ਨੇ ਉਹਨਾਂ ਦੀ ਸੇਵਾ ਟਹਿਲ ਕਰਿਆ ਕਰ। ਸਰਬ ਸੁਖ ਬੜਾਈ ਨਾਨਕ ਜੀਵੋ ਮੁਖੋ ਬੁਲਾਵੋ। ਕੀ ਕਰ ਪਰਮਾਤਮਾ ਜੀ, ਮੇਰੇ ਤੇ ਤੁਹਾਡੀ ਇੰਨੀ ਰਹਿਮਤ ਹੋ ਜਾਵੇ ਕਿ ਤੁਹਾਡੇ ਮੂੰਹੋਂ ਜੇ ਇਹ ਬਚਨ ਨਿਕਲ ਜਾਵੇ ਨਾ ਵੀ ਆ ਦਾਸ, ਆ ਗੁਰਮੁਖਾ ਬੈਠ। ਜੇ ਕਿਤੇ ਗੁਰੂ ਇਹ ਗੱਲ ਕਹਿ ਦੇਵੇ ਤੇ ਸਤਿਗੁਰੂ ਪਾਤਸ਼ਾਹ ਜੀ ਜੇ ਬਚਨ ਤੁਹਾਡੇ ਮੁਖੋਂ ਨਿਕਲ ਜਾਣ ਤੇ ਫਿਰ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਬਚਨ ਹੈ ਸਾਰਿਆਂ ਸੁੱਖਾਂ ਨੂੰ, ਸਾਰੀਆਂ ਵਡਿਆਈਆਂ ਨੂੰ ਦੇਣ ਵਾਲਾ ਹੈ। ਕੋਈ ਵਡਿਆਈ ਮਗਰ ਰਹਿ ਹੀ ਨਹੀਂ ਜਾਏਗੀ ਵੀ ਆਹ ਚੀਜ਼ ਨਹੀਂ ਮਿਲੀ ਹੈ, ਕੋਈ ਦੁਨੀਆ ਦਾ ਸੁੱਖ ਮਗਰ ਰਹਿ ਹੀ ਨਹੀਂ ਜਾਏਗਾ ਵੀ ਆਹ ਨਹੀਂ ਮਿਲਿਆ। ਜੇ ਕਿਤੇ ਇੰਨਾ ਹੀ ਬਚਨ ਗੁਰੂ ਨੇ ਕਹਿ ਦਿੱਤਾ ਵੀ ਆ ਦਾਸਾ, ਆ ਗੁਰਮੁਖਾ ਬੈਠ, ਅਸੀਂ ਤੇਰੇ ਨਾਲ ਬਚਨ ਕਰੀਏ ਤੇ ਬੇਨਤੀ ਕਰ ਮਹਾਰਾਜ ਮੇਰੀ ਅਵਸਥਾ ਇਹੋ ਜਿਹੀ ਬਣਾ ਦਿਓ ਕਿ ਮੈਂ ਇਸ ਗੱਲ ਨੂੰ ਕਰਾਉਣ ਦੇ ਯੋਗ ਹੋ ਜਾਵਾਂ। ਤੁਹਾਡੇ ਮੁਖੋਂ ਇਹ ਬਚਨ ਨਿਕਲੇ ਵੀ ਇਹ ਮੇਰਾ ਦਾਸ ਹੈ, ਇਹ ਮੇਰਾ ਸੇਵਕ ਹੈ। ਜੇ ਇੰਨਾ ਬਚਨ ਮੈਂ ਤੁਹਾਡੇ ਤੋਂ ਲੈ ਲਿਆ ਤੇ ਇਹਦੇ ਵਿੱਚ ਮੇਰੇ ਜਿੰਨੇ ਸੁੱਖ ਤੇ ਜਿੰਨੀਆਂ ਵਡਿਆਈਆਂ ਨੇ ਮਗਰ ਕਮੀ ਕੋਈ ਨਹੀਂ ਰਹਿ ਜਾਣੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ। ਸਰਬ ਸੁਖ ਬੜਾਈ ਨਾਨਕ ਜੀਵੋ ਮੁਖੋ ਬੁਲਾਵੋ। ਵਾਹਿਗੁਰੂ ਜੀ ਕਾ ਖਾਲਸਾ